ਤੋਂ ਬਾਅਦ ਫਿਰ ਉਸ ਤੋਂ ਬਾਅਦ ਦੋਨੇ ਬਾਜ਼ੂ ਤੇ ਦੋਨੇ ਪੈਰ ਯਾਨੀ ਕਿ ਲਹਿਦਾ ਕੀਤੇ। ਕਰਤੇ। ਉਸ ਤੋਂ ਬਾਅਦ ਫਿਰ ਉਹਨੇ ਯਾਨੀ ਕਿ ਤੂੜੇ 'ਚ ਪਾ ਕੇ ਤੇ ਫਿਰ ਉਹਨੂੰ ਮੈਂ ਕਿਹਾ ਸੱਜਣਾ ਤੇ ਤਾਂ ਬੜਾ ਮਾਣ ਹੁੰਦਾ, ਤੂੰ ਉਹ ਵੀ ਨਾ ਸੋਚਿਆ? ਮਾਨ ਤੇ ਰੱਖਿਆ ਸੀ, ਮਗਰ ਇੱਕ ਬੰਦੇ ਨੇ ਮੈਨੂੰ ਇਦਾਂ ਤੂੰ ਆਪਦੇ ਬੇਲੀ ਨੂੰ ਮਾਰਨਾ ਪਿਆ, ਉਹਨੂੰ ਕਤਲ ਕਰਨਾ ਪਿਆ ਹੈ। ਤੂੰ ਕਹਿੰਦਾ ਕਿ ਮੈਂ ਮਾਣ ਰੱਖਿਆ, ਉਹਦੀ ਬੀਵੀ ਦੇ ਨਾਲ ਤੂੰ ਗਲਤ ਤਾਲੁਕਾਤ ਬਣਾਏ ਹੋਏ ਨੇ, ਗਲਤ ਰਿਸ਼ਤਾ ਬਣਾਇਆ ਹੋਇਆ। देखो ये गलत एक तरफ रिश्ता नहीं बना, जिन्हें जेकर दो थाना ताली बजेगी ना फिर रिश्ता एक अस्सलाम वालेकुम नादरीन, आप देख रहे हैं 44 टीवी। मैं आपका मेज़बान सरदार जवेद आशू डोगर। मैं इस वक्त मौजूद हूँ, उकाड़ा में मौजूद हूँ। दिल को हला देने वाला वाक़या पेश आता है। दोस्त ही दोस्त का यानी कि कातिल बन जाता है। कैसे कत्ल किया, दिल खून के आंसू होता है कि क्या किया जाता है। दोस्त को पहले उसकी बीवी के साथ गलत ताल्लुकात बना लिए जाते हैं, उसके बाद क्या किया जाता है, दोस्त को कत्ल कर दिया जाता है अपनी आशना के साथ मिलकर। उसके बाद ड्रिल मशीन के साथ उसके टुकड़े टुकड़े कर दिए जाते हैं। उसके बाद उसको नहर में फेंक दिया जाता है। बाकी मुकम्मल कहानी इस मुजरम से जानते हैं। अस्सलाम वालेकुम, क्या नाम है? मेरा नाम असलम है। हाँ असलम, ਤੁਸੀਂ ਇਹ ਦੱਸੋ ਕਿ ਕਦੋਂ ਦਾ ਤੁਹਾਡਾ ਚੱਕਰ ਸੀ, ਤੁਹਾਡੇ ਬੇਲੀ ਦੀ ਬੀਵੀ ਨਾਲ ਕਦੋਂ ਦਾ ਚੱਕਰ ਚੱਲਦਾ? ਇਹ ਚੱਕਰ ਸਾਡਾ ਤਕਰੀਬਨ 2 ਸਾਲ ਚ ਹੈਗਾ ਸੀ ਮੁਕੰਮਲ। 2 ਸਾਲ ਚੱਕਰ ਤੂੰ ਚਲਾਇਆ? ਹਾਂਜੀ, ਬਲਕਿ ਉਹਨਾਂ ਨੇ ਮੇਰੇ ਨਾਲ ਚਲਾਇਆ ਨਾ 2 ਸਾਲ। ਉਹ ਮੈਨੂੰ ਚਾਹੁੰਦੀ ਸੀ ਇਸ ਕਰਕੇ ਕਿਉਂਕਿ ਮੈਂ ਕੰਮ ਠੀਕ ਠਾਕ। ਤੈਨੂੰ ਜ਼ਰਾ ਬਰਾਬਰ ਸ਼ਰਮ ਨਾ ਆਈ ਕਿ ਤੂੰ ਆਪਣਾ ਬੇਲੀ ਬਣਾਇਆ? ਬੇਲੀ ਭਰਾਵਾਂ ਦੇ ਬਰਾਬਰ ਹੁੰਦੇ ਨੇ ਤੇ ਉਹ ਤੇਰੀ ਭਰਜਾਈ ਲੱਗੀ, ਭੈਣ ਲੱਗੀ, ਤੂੰ ਉਹਦੀ ਯਾਨੀ ਕਿ ਬੀਵੀ ਨਾਲ ਤਲਕ ਪਿਆ ਬਣਾਉਣਾ। ਮੈਂ ਇਹ ਸ਼ਰਮ ਆਈ ਜਦੋਂ ਇੱਕ ਬੰਦੇ ਨੂੰ ਇਨਸਾਨੀਅਤ ਦੇ ਤੌਰ ਤੇ ਸਮਝਾਇਆ ਜਾਵੇ, ਉਹ ਨਾ ਸਮਝੇ ਤਾਂ ਫਿਰ ਉੱਥੇ ਬੇਲੀ ਤੁਸੀਂ ਉਹਦੇ ਮੀਆਂ ਨੂੰ ਕਹਿ ਸਕਦੇ ਸਾਜੇ ਨਾ, ਆਪਦੇ ਦੋਸਤ ਨੂੰ ਕਹਿ ਸਕਦੇ ਤੇਰੀ ਬੀਵੀ ਮੈਨੂੰ ਤੰਗ ਕਰ ਰਹੀ ਹੈ, ਇਹਨੂੰ ਸਮਝਾਓ। ਇਹ ਗੱਲ ਕੀਤੀ ਸੀ, ਉਹ ਵੀ ਇਦਾਂ ਦਾ ਹੀ ਸੀ, ਬਸ ਪੈਸੇ ਲੱਭਦੇ ਤੇ 4 ਆਨੇ ਖਾ ਲਏ ਤੇ ਬੈਠੇ ਰਹੇ ਬਸ। ਤੂੰ ਮੈਨੂੰ ਇਹ ਦੱਸ ਕਿ ਤੁਹਾਡਾ ਤਲਕ ਕਿਵੇਂ ਬਣਦਾ? ਤਲਕ ਜਿਹੜਾ ਕੁੜੀ ਦੇ ਨਾਲ ਬਣਿਆ 4 ਸਾਲ ਤੋਂ ਕਿੱਦਾਂ ਬਣਿਆ, ਜਾਨੇ ਕਿ ਉਹ ਆਣ ਜਾਣ ਹੈਗਾ ਸੀ ਨਾ। ਇੱਕ ਜਦੋਂ ਇਹਦੀ ਸ਼ਾਦੀ ਹੋਈ ਨਾ, ਪਹਿਲੀ ਸ਼ਾਦੀ ਸੀ, ਉਦੋਂ ਵੀ ਤਲਕ। ਰਿਸ਼ਤੇਦਾਰ ਸੀ ਜਾਂ ਵੈਸੇ ਇਕੱਲਾ ਦੋਸਤ ਸੀ? ਦੋਸਤ ਸੀ, ਆਣ ਜਾਣ ਭਰਾ ਪਿਆ, ਆਮਨ ਜਾਮਨ ਹੈਗਾ ਸੀ। ਹਾਂਜੀ। ਫਿਰ ਤੁਸੀਂ ਉਹਨਾਂ ਦੇ ਘਰ ਜਾਂਦੇ ਹੋ ਤੇ ਫਿਰ ਉਹਦੀ ਬੁੜੀ ਨਾਲ ਕਿਵੇਂ ਚੱਕਰ ਚਲਾਉਂਦੇ? ਉਹਨੇ ਕੁੜੀ ਨਾਲ ਚੱਕਰ ਉਹਨੇ ਮੇਰੇ ਨਾਲ ਚਲਾਇਆ। ਜਦੋਂ ਉਹਨੇ ਮੈਨੂੰ ਕਹਿੰਦਾ ਨਾ ਸਬਜ਼ੀ ਲਿਆ ਦੇ, ਜਾਂ ਬੱਚੇ ਸਕੂਲੇ ਛੱਡਿਆ, ਜਾਂ 500 ਮੈਨੂੰ ਮੇਰੇ ਕੋਲ ਲੈ ਲਿਆ, ਜਾਂ ਕਿਸੇ ਹੋਰ ਕੋ 500 ਲੈ ਕੇ ਮੈਨੂੰ ਕਹਿ ਦੇਣਾ ਇਹ ਚੀਜ਼ ਦਿਆ ਘਰ ਇਸ ਕਰ। ਉਹਨੂੰ ਮੈਂ ਬੜੀ ਦਫਾ ਕਿਹਾ ਤੂੰ ਆਪ ਜਾਇਆ ਕਰ। ਮੈਂ ਕਿਹਾ ਕੋਈ ਨਹੀਂ, ਮਸਲਾ ਮਸਲਾ ਹੈ। ਮੈਂ ਕੱਲ ਕੋਈ ਗੱਲਬਾਤ ਹੋ ਗਈ, ਕਹਿੰਦਾ ਅੱਗੇ ਵੀ ਤਾਂ ਮੇਰੀ ਬੁੱਢੀ ਨਾਲ ਗੱਲਬਾਤ ਸੀ ਹੋਈ ਸੀ ਤੇ ਉਹਨੂੰ ਵੀ ਤਾਂ ਮੈਂ ਉਹ ਵੀ ਤਾਂ ਮਾਰੀ ਗਈ ਸੀ ਨਾ। ਅੱਛਾ, ਜਿਹੜਾ ਤੇਰਾ ਦੋਸਤ ਸੀ ਉਹਦੀਆਂ 2 ਸ਼ਾਦੀਆਂ ਹੋਈਆਂ ਸੀ? ਹਾਂਜੀ, 2 ਸ਼ਾਦੀਆਂ ਸੀ। ਤੇ ਪਹਿਲੀ ਸੀ ਜਿਹੜੀ ਬੁੜੀ, ਉਹਦਾ ਵੀ ਐਵੇਂ ਲੋਕਾਂ ਨਾਲ ਚੈਨ ਚੱਕਰ ਚੱਲਦਾ ਸੀ? ਤੇ ਉਹਦਾ ਨਹੀਂ ਮੈਨੂੰ ਪਤਾ ਜੀ। ਉਹ ਤੂੰ ਕਹਿਣਾ ਨਾ ਕਿ ਮੇਰਾ ਦੋਸਤ ਮੈਨੂੰ ਕਹਿੰਦਾ ਸੀ ਕਿ ਮੇਰੀ ਪਹਿਲੀ ਬੁੜੀ ਦਾ ਵੀ ਇਹੋ ਮਾਮਲਾ ਸੀ? ਨਹੀਂ, ਮੇਰੇ ਕਹਿਣ ਦਾ ਮਤਲਬ ਆ, ਮੈਂ ਕਿਹਾ ਕੋਈ ਜਾਨੀ ਕਿ ਲੋਕ ਗੱਲਾਂ ਨਾ ਕਰਨ। ਅੱਛਾ, ਲੋਕਾਂ ਦੀਆਂ ਗੱਲਾਂ ਤੋਂ ਤੈਨੂੰ ਬੜਾ ਤੂੰ ਗੈਰਤਮੰਦ ਸੈਂ, ਤੂੰ ਕਿਹਾ ਕਿ ਲੋਕ ਗੱਲਾਂ ਨਾ ਕਰਨ, ਮੈਂ ਨਹੀਂ ਤੁਹਾਡੇ ਘਰ ਜਾਣਾ। ਹਾਂਜੀ। ਤੇ ਜਦੋਂ ਤੂੰ ਉਹਦੀ ਬੁੜੀ ਦੇ ਨਾਲ ਯਾਨੀ ਕਿ ਇਸ਼ਕ ਲੜਾਇਆ, ਉਦੋਂ ਤੈਨੂੰ ਸ਼ਰਮ ਨਹੀਂ ਆਈ? ਸ਼ਰਮ ਆਈ। ਸ਼ਰਮ ਆਂਦੀ ਤੇ ਤੂੰ ਉਹਦੇ ਨਾਲ ਇਸ਼ਕ ਲੜਾਉਂਦਾ? ਭਾਈ ਸ਼ਰਮ ਆਈ ਤੇ ਉਹਨਾਂ ਨਾਲ ਗੱਲ ਸ਼ੁਰੂ ਪਹਿਲੇ ਮੇਰੇ ਨਾਲ ਕੀਤੀ ਨਾ, ਮੈਂ ਤੇ ਇਸ਼ਕ ਦੀ ਗੱਲ ਕੀਤੀ ਨਹੀਂ। ਚਲੋ, ਉਹਨੇ ਇਸ਼ਕ ਦੀ ਗੱਲ ਕੀਤੀ ਤੇ ਤੂੰ ਉਹਦੇ ਮੀਆਂ ਨੂੰ ਕਹਿ ਦਿੰਦਾ ਤੇਰੀ ਬੁੜੀ ਮੇਰੇ ਨਾਲ ਇਸ਼ਕ ਦੀ ਗੱਲ ਕਰਦੀ ਪਈ ਤੇ ਇਹਨੂੰ ਰੋਕ। ਮੈਂ ਗੱਲ ਕੀਤੀ ਸੀ। ਅੱਛਾ, ਉਹਨੇ ਇਸ ਗੱਲ ਉਹਨੇ ਕਿਹਾ ਕਿ ਤੂੰ ਇਸ਼ਕ ਕਰ, ਕੋਈ ਮਸਲਾ ਨਹੀਂ। ਉਹਨੇ ਇਸ ਗੱਲ ਯਾਨੀ ਕਿ ਕੋਈ ਯਾਨੀ ਕਿ ਮੈਂ ਨਾ ਨਹੀਂ ਰਖਾਇਆ। ਉਹਨੇ ਕਿਹਾ ਐਵੇਂ ਮਜ਼ਾਕ ਕਰਦਾ ਵਾ। ਅੱਛਾ, ਤੂੰ ਉਹਨਾਂ ਦੇ ਘਰ ਆਂਦਾ ਜਾਂਦਾ ਸੈਂ, ਉਹ ਤੈਨੂੰ ਕਹਿੰਦਾ ਸਬਜ਼ੀ ਦੇ ਆ, ਹਾਂਜੀ, ਬੱਚਿਆਂ ਨੂੰ ਸਕੂਲੇ ਛੱਡ ਆ। ਉਸ ਤੋਂ ਬਾਅਦ ਫਿਰ ਉਹਦੀ ਬੁੜੀ ਨਾਲ ਤੇਰੇ ਕਿਵੇਂ ਮਾਮਲਾ ਸਿੱਧੇ ਪੱਧਰੇ? ਮਾਮਲਾ ਤਾਂ ਇੱਦਾਂ ਹੀ ਸੀ ਜਿੱਦਾਂ ਆਮ ਜਾਣ ਕਿ ਤੁਸੀਂ ਉਹਨਾਂ ਦਾ ਫੋਨ ਨੰਬਰ ਲੈ ਲਿਆ? ਨਹੀਂ, ਨੰਬਰ ਉਹਨੇ ਮੇਰਾ ਨੰਬਰ ਉਹਨੇ ਪਹਿਲੇ ਹੀ ਦਿੱਤਾ ਸੀ ਆਪਣੀ। ਪਹਿਲੇ ਨੰਬਰ ਦਿੱਤਾ, ਤੂੰ ਫੋਨ ਕਰਨ ਲੱਗ ਪਿਆ? ਨਹੀਂ, ਫੋਨ ਕਿਤੇ ਉਹਨੇ ਮੈਂ ਨਹੀਂ ਕੀਤਾ। ਕਿਤੇ ਮੈਨੂੰ ਕੋਈ ਕੰਮ ਤੇ ਕਰਨਾ ਤੇ ਉਹਨਾਂ ਨੇ ਮੈਨੂੰ ਫੋਨ ਕਰਨਾ। ਜਦੋਂ ਤੁਸੀਂ ਮਿਲਦੇ ਸਾ, ਜਦੋਂ ਕਿੱਥੇ ਮਿਲਦੇ ਸਾ? ਘਰ ਹੀ, ਉੱਥੇ ਹੀ। ਉਹਨਾਂ ਦੇ ਘਰ ਹੀ ਚਲਾ ਜਾਂਦਾ? ਉਹਦਾ ਮੀਆਂ ਕਿੱਥੇ ਗਿਆ ਹੁੰਦਾ ਸੀ? ਮੀਆਂ ਵੀ ਕੋਲੇ ਹੁੰਦਾ ਸੀ, ਘਰ ਹੀ। ਮੀਆਂ ਦੇ ਕੋਲ ਹੀ ਯਾਨੀ ਕਿ ਤੂੰ ਉਹਨੂੰ ਮਿਲਦਾ ਸੀ? ਹਾਂਜੀ, ਦੁਆ ਸਲਾਮ ਲੈ ਲੈਣੀ ਬਸ, ਹੋਰ ਕੋਈ ਗੱਲਬਾਤ ਨਹੀਂ। ਗਲਤ ਕੋਈ ਤਾਲੁਕਾਤ ਨਹੀਂ? ਗਲਤ ਉਦੋਂ ਤਲਕਾਤ ਹੋਏ ਜਦੋਂ ਇਹਨੂੰ ਉਹਨਾਂ ਨੇ ਮੈਂ ਸਮਝਾਇਆ ਨਾ, ਜਾਨੀ ਕਿ ਇਹ ਕੰਮ ਨਾ ਕਰ, ਇਹ ਕੰਮ ਮਾੜਾ ਵਾ। ਅੱਜ ਵੀ ਫੜੇ ਜਾਣੇ, 20 ਸਾਲ ਬਾਅਦ ਫੜੇ ਜਾਣੇ, ਤੱਕ ਵੀ ਫੜੇ ਜਾਣੇ ਆ। ਅੱਛਾ, ਉਹਨੇ ਮੇਰੀ ਗੱਲ ਨਹੀਂ, ਉਹਨੇ ਮੈਨੂੰ ਇਦਾਂ ਪਕੜ ਕੀਤਾ ਸੀ ਜਿੱਦਾਂ ਉਹਨੇ ਕਹਿਣਾ ਦਿਨ ਆ ਤੇ ਮੈਂ ਕਹਿਣਾ ਦਿਨ, ਉਹਨੇ ਕਹਿਣਾ ਰਾਤ ਆ ਮੈਂ ਕਹਿਣਾ ਰਾਤ ਆ। ਇੰਨਾ ਗਹਿਰਾ ਇਸ਼ਕ ਹੋ ਗਿਆ ਤੈਨੂੰ? ਹਾਂਜੀ, ਉਹਨੇ ਮੈਨੂੰ ਜਾਨੀ ਕਿ ਇਦਾਂ ਕਰਤਾ। ਚਲੋ, ਉਹਨੇ ਕਰ ਲਿਆ, ਹੋ ਤਾਂ ਗਿਆ ਨਾ। ਹਾਂਜੀ। ਉਸ ਤੋਂ ਬਾਅਦ ਫਿਰ ਤੇਰੇ ਗਲਤ ਤਾਲੁਕਾਤ ਕਾਇਮ ਹੋ ਗਿਆ ਤੇ ਕਿੰਨੀ ਦਫਾ ਤੁਸੀਂ ਮਿਲੇ ਇੱਕ ਦੂਜੇ? ਇੱਕ ਵੱਧ ਤੋਂ ਵੱਧ ਸੀ 2 ਜਾਂ 4 ਮਹੀਨੇ ਮਿਲੇ ਬਸ। ਕਿੱਥੇ ਮਿਲਦੇ ਹੁੰਦੇ ਸਰ? ਘਰ ਹੀ ਬਸ। ਉਹਨਾਂ ਦੇ ਘਰ ਹੀ? ਹਾਂਜੀ, ਹੋਰ ਕਿਤੇ ਵੀ ਨਹੀਂ ਲੈ ਕੇ। ਉਦੋਂ ਦਾ ਮੀਆਂ ਕਿੱਥੇ ਹੁੰਦਾ ਜਦੋਂ ਮਿਲਦੇ ਹੁੰਦੇ? ਮੀਆਂ ਜਿਹੜਾ ਸੀ, ਇਹਨੂੰ ਅਸੀਂ ਪਲਾਨ ਬਣਾਇਆ ਨਾ ਇਹਨੂੰ, ਯਾਨੀ ਕਿ ਉਹਨੇ ਮੈਂ ਇਹਨੂੰ ਬੜਾ ਪਹਿਲੇ ਸਮਝਾਇਆ ਇਹ ਕੰਮ ਨਾ ਕਰੋ ਤੇ ਬਿਹਤਰ ਹੀ ਆ। ਆਪਣੇ ਮਾਂ-ਬਾਪ ਨੂੰ ਬੁਲਾ ਕੇ ਤੇਰਾ ਗੁਜ਼ਾਰਾ ਨਹੀਂ ਹੁੰਦਾ ਜਾਂ ਕੋਈ ਵੀ ਆ ਗੱਲਬਾਤ ਆ, ਤੂੰ ਇਹਦੇ ਕੋਲ ਤਲਾਕ ਲੈ ਲਾ, ਬੁੱਧੀ ਗੱਲ ਆ। ਮੈਂ ਤੇਰੇ ਨਾਲ ਸ਼ਾਦੀ ਕਰ ਲੈਣਾ? ਤੇ ਪਿਆ ਹਲੇ ਸ਼ਾਦੀ ਦੀ ਅਸੀਂ ਗੱਲ ਕੀਤੀ ਸੀ। ਅੱਛਾ, ਤਲਾਕ ਲੈ ਲੈ? ਤਲਾਕ ਮੈਂ ਕਿਹਾ ਲੈ ਲਾ ਕੇ ਤੇਰਾ ਨਹੀਂ ਗੁਜ਼ਾਰਾ ਹੁੰਦਾ, ਰੋ ਤੂੰ ਮੈਨੂੰ ਸੱਦਦੀ ਜਾਂ ਉਹਨੂੰ ਕਹਿੰਦੀ ਫਾਇਦਾ ਕੋਈ ਨਹੀਂ, ਆਪਸ 'ਚ ਲੜਾਈ ਝਗੜਾ ਕਰਦੇ ਇੱਕ ਦੂਜੇ ਦਾ ਗਿਰੇਬਾਬ ਫੜਦੇ, ਕਿਆ ਫਾਇਦਾ। ਇਹਦੇ ਨਾਲ ਬਿਹਤਰ ਤੂੰ ਆਪਣੇ ਮਾਂ-ਬਾਪ ਨੂੰ ਬੁਲਾ। ਉਹਨਾਂ ਨਾਲ ਆਏ ਮਾਂ-ਬਾਪ, ਸਮਝਾਇਆ ਮਗਰ ਇਹ ਨਹੀਂ ਸਮਝੀ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਯਾਨੀ ਕਿ ਉਹਦੇ 3 ਬੱਚੇ ਸੀ, ਤੇਰੀ ਸ਼ਾਦੀशुदा? ਹਾਂ, ਮੈਂ? ਹਾਂਜੀ। ਮੇਰੀ ਸ਼ਾਦੀ ਨਹੀਂ ਹੋਈ ਹੈ।
क्यों नहीं शादी करवाई, की वजह बनी? ਮੇਰੀ ਸ਼ਾਦੀ ਇਸ ਤੋਂ ਨਹੀਂ, ਮੇਰਾ ਬੜਾ ਭਾਈ ਸੀ ਨਾ, ਉਹ ਟਾਈਫਾਇਡ ਬੁਖਾਰ ਸੀ, ਜਿਹੜੇ ਕਮਾਉਂਦੇ ਸੀ ਨਾ ਆਉਂਦੇ ਤੇ ਪੈਸੇ ਅਸੀਂ ਲਾਉਂਦੇ ਸੀ, ਇਸ ਕਰਕੇ ਤਾਂ ਨਹੀਂ ਮੇਰੀ ਸ਼ਾਦੀ ਹੋ ਸਕੀ। ਕਿੰਨੇ ਭਰਾ? ਅਸੀਂ ਦੋ ਤਿੰਨ ਭਾਈ ਸੀ, ਇੱਕ ਫੋਤ ਹੋ ਗਿਆ ਮੇਰੇ ਤੋਂ ਵੱਡਾ। ਤੁਹਾਡੇ ਤੋਂ ਵੱਡਾ ਫੌਤ ਹੋ ਗਿਆ, ਤੁਸੀਂ ਛੋਟੇ। ਭੈਣਾਂ ਕਿੰਨੀਆਂ ਨੇ? ਭੈਣ ਇੱਕ ਹੀ ਹੈ ਜੀ, ਇੱਕ ਹੀ ਭੈਣ, ਸ਼ਾਦੀशुदा ਨੇ? ਸ਼ਾਦੀशुदा, ਉਹਦੇ ਮਾਸ਼ਾਅੱਲਾ ਤੇ ਬੱਚੇ ਜਵਾਨ ਆ। ਬੱਚੇ ਜਵਾਨ। ਤੇ ਤੁਹਾਡੇ ਭਰਾ ਨੂੰ ਟਾਈਫਾਇਡ ਬੁਖਾਰ ਹੁੰਦਾ, ਜਿਹੜੇ ਪੈਸੇ ਤੁਸੀਂ ਕਮਾਉਂਦੇ ਹੋ ਉਹਦੇ ਤੇ ਲਾ ਲੈਂਦੇ ਹੋ, ਲੇਕਿਨ ਤੁਸੀਂ ਸ਼ਾਦੀ ਨਹੀਂ ਕਰਵਾਉਂਦੇ। ਨਹੀਂ, ਤੇ ਜਿਹੜੀ ਮਸ਼ੂਕ ਬਣਾਈ ਹੋਈ ਸੀ ਉਹਨਾਂ ਨੂੰ ਕੀ ਦਿੰਦੇ? ਉਹ ਤੋਂ ਤੇ ਮਸ਼ੂਕ ਤਾਂ ਬਣਾਈ ਨਹੀਂ ਹੋਈ ਸੀ, ਇਹ ਤੇ ਬਾਅਦ ਹੀ ਹੁੰਦੀ ਗੱਲ। ਉਸ ਤੋਂ ਬਾਅਦ ਸ਼ਾਦੀ ਕਰਵਾ ਲੈਣੀ ਸੀ, ਜਿਹੜਾ ਸਲਾਮ ਇਜਾਜ਼ਤ ਦਿੰਦਾ ਹੈ। ਉਸ ਤੁਸੀਂ ਸ਼ਾਦੀ ਕਰਵਾ ਲੈਣੀ, ਸ਼ਾਦੀ ਤੇ ਤਾਂ ਉਹ ਤੇ ਗਲਤ ਚੋਂ ਕੰਮ ਕਰਦੇ ਰਹੇ ਹੋ। ਉਹ ਤੇ ਤਾਂ ਸ਼ਾਦੀ ਕਰਾਉਂਦੇ ਨਾ, ਜਾਂ ਤੇ ਉਹ ਅਗਰ ਤਲਾਕ ਲੈਂਦੀ, ਤੇ ਜੇ ਅਗਰ ਸ਼ਾਦੀ ਵੀ ਕਰ ਲੈਂਦਾ ਨਾ ਤਾਂ ਵੀ ਮੈਂ ਜ਼ੁਰਮਦਾਰ ਬਣਨਾ ਸੀ। ਅੱਛਾ ਚਲੋ, ਤੂੰ ਮੈਨੂੰ ਇਹ ਦੱਸ ਕਿ ਉਹਨੂੰ ਮਾਰਨ ਦਾ ਪਲਾਨ ਕਿਵੇਂ ਬਣਿਆ? ਕਿਵੇਂ ਤੂੰ ਸੋਚ ਲਿਆ ਕਿ ਮੈਂ ਉਹਨੂੰ ਕਤਲ ਕਰ ਦੇਣਾ? ਮੈਂ ਨਹੀਂ, ਮੇਰਾ ਪਲਾਨ ਨਹੀਂ ਮਰਨ ਦਾ ਬਣਾਇਆ ਸੀ। ਕਿਵੇਂ ਬਣਿਆ? ਨੇ ਬਣਾਇਆ, ਉਹ ਵੀ ਜਾਨ ਕੇ ਕਹਿ ਕਵਾ ਕੇ ਮੈਂ ਉਹਨੂੰ ਪਹਿਲਾਂ ਸਮਝਾਉਂਦਾ ਰਿਹਾ, ਨਾ ਕੰਮ ਕਰ, ਕਹਿੰਦੀ ਨਹੀਂ ਮੈਂ ਤੇਰੀ ਕਾਂਡੇ ਪਿੱਛੇ ਹੈਗੀ ਆ, ਕੋਈ ਮਸਲਾ ਨਹੀਂ ਹੈ, ਤੈਨੂੰ ਕੋਈ ਜਾਨ ਕੇ ਨਹੀਂ ਹੱਥ ਲਾ। ਤੂੰ ਮੇਰੇ ਸਾਈਂ ਨੂੰ ਮਾਰ ਦੇ, ਮੈਂ ਤੇਰੀ ਕੰਡ ਪਿੱਛੇ ਹੈਗੀ ਆ। ਹਾਂਜੀ, ਇੱਦਾਂ ਹੀ ਜਿਹੜੀ ਗੱਲ ਹੈ। ਤੇ ਫਿਰ ਤੂੰ ਸੋਚਿਆ ਕਿ ਮੈਂ ਬੰਦੇ ਨੂੰ ਮਾਰ ਦੇਣਾ ਵਾ, ਤੇ ਬੇਲੀ ਨੂੰ ਮਾਰ ਦੇਣਾ ਵਾ। ਤੇ ਫਿਰ ਉਹਨੂੰ ਮੈਂ ਕਿਹਾ, ਸੱਜਣਾ ਤੇ ਤਾਂ ਬੜਾ ਮਾਨ ਹੁੰਦਾ, ਤੂੰ ਉਹ ਵੀ ਨਾ ਸੋਚਿਆ? ਮਾਨ ਤੇ ਰੱਖਿਆ ਸੀ, ਮਗਰ ਇੱਕ ਬੰਦੇ ਨੇ ਮੈਨੂੰ ਇਦਾਂ ਤੂੰ ਆਪਦੇ ਬੇਲੀ ਨੂੰ ਮਾਰਨਾ ਪਿਆ, ਉਹਨੂੰ ਕਤਲ ਕਰਨਾ ਪਿਆ ਹੈ। ਤੂੰ ਕਹਿੰਦਾ ਕਿ ਮੈਂ ਮਾਨ ਰੱਖਿਆ, ਉਹਦੀ ਬੀਵੀ ਦੇ ਨਾਲ ਤੂੰ ਗਲਤ ਤਾਲੁਕਾਤ ਬਣਾਏ ਹੋਏ ਨੇ, ਗਲਤ ਰਿਸ਼ਤਾ ਬਣਾਇਆ ਹੋਇਆ। ਦੇਖੋ ਜੀ, ਗਲਤ ਇੱਕ ਤਰਫ ਰਿਸ਼ਤਾ ਨਹੀਂ ਬਣਦਾ, ਜਿਹਨੇ ਜੇਕਰ ਦੋ ਹੱਥਾਂ ਨਾਲ ਤਾਲੀ ਵੱਜੇਗੀ ਨਾ ਫਿਰ ਰਿਸ਼ਤਾ ਇੱਕ ਇਨਸਾਨ ਗਲਤ ਹੈਗਾ, ਉਹਨੂੰ ਸਮਝਾਉਣ ਦੀ ਬਜਾਏ ਉਹਦੇ ਨੂੰ ਆਪਣੇ ਆਪ ਨਾਲ ਯਾਨੀ ਕਿ ਸੈੱਟ ਕਰ ਲੈਣਾ ਚਾਹੀਦਾ। ਸਰ ਜੀ ਤੁਹਾਨੂੰ ਦੱਸ ਰਿਹਾ, ਮੈਂ ਉਹਨੂੰ ਬੜਾ ਸਮਝਾਇਆ, ਮਗਰ ਉਹ ਨਹੀਂ ਅੱਛਾ ਸਮਝੀ। ਚੱਲ ਤੂੰ ਛੱਡ, ਤੂੰ ਮੈਨੂੰ ਇਹ ਦੱਸ ਕਿ ਉਹ ਕਿਵੇਂ ਫਿਰ ਤੂੰ ਸੋਚਿਆ ਕਿ ਉਹਨੇ ਤੇਰੀ ਮਸ਼ੂਕ ਨੇ ਕਿਹਾ ਕਿ ਮੈਂ ਆਪਦੇ ਸਾਈਂ ਨੂੰ ਕਤਲ ਕਰਵਾਉਣਾ ਜਾਂ ਕਤਲ ਕਰਨਾ ਹੋਵੇ, ਤੇ ਤੂੰ ਕਿਵੇਂ ਨਾਲ ਰਲ ਗਿਆ? ਉਹਨੇ ਨਾਰ ਇਹਦਾ ਰਲਾਇਆ, ਯਾਨੀ ਕਿ ਉਹਨੇ ਕਿਹਾ, ਯਾਨੀ ਕਿ ਤੂੰ ਗੋਲੀਆਂ ਲਿਆ ਦੇ ਨੀਂਦ ਦੀਆਂ, ਠੀਕ ਆ, ਚਾਹ ਬਣਾਈ, ਚਾਹ ਬਣਾ ਕੇ ਪਹਿਲੇ ਸਾਡਾ ਪਲਾਨ ਇਹਨਾਂ ਨੇ ਬਣਾਇਆ ਇਹਨੂੰ ਰਸਤੇ 'ਚ ਹਟਾਉਣਾ। ਮੈਨੂੰ ਪੇ ਸਮਝਾਇਆ ਨਾ ਹਟਾ, ਇੱਕ ਵਾਰੀ ਨੇ ਕਈ ਦਫਾ ਹਟਾਇਆ, ਇਹਨੇ ਨੀਂਦ ਦੀ ਸੂਈ ਉੱਥੇ ਹੀ ਅੜੀ ਰਹੀ। ਉਸ ਤੋਂ ਬਾਅਦ ਫਿਰ ਗੋਲੀਆਂ ਲਿਆਂਦੀਆਂ, ਗੋਲੀਆਂ ਦਿੱਤੀਆਂ। ਉਸ ਤੋਂ ਬਾਅਦ ਯਾਨੀ ਕਿ ਗੋਲੀ ਨੂੰ ਨੀਂਦ ਦੀ ਦਿੱਤੀ, ਸੋ ਗਿਆ। ਰਾਤ ਦੇ 12 ਵਜੇ ਦਾ ਦਰਮਿਆਨ, 12-1 ਵਜੇ ਦਾ ਦਰਮਿਆਨ, 12:30 ਲਾ ਲਓ ਜੇ ਕਿਤੇ। ਉਸ ਤੋਂ ਬਾਅਦ ਇਹਨੂੰ ਉਠਾਇਆ ਠੋਇਆ ਨਹੀਂ ਉਠਿਆ, ਫਿਰ ਇਹਨੂੰ ਚੁੱਕ ਕੇ ਵਾਸ਼ਰੂਮ 'ਚ ਲੈ ਗਿਆ, ਅਸੀਂ ਦੋਨੀਆਂ ਨਹੀਂ। ਉਦੋਂ ਵੀ ਇਹਨੂੰ ਮੈਂ ਕਿਹਾ ਰਹਿਣ ਦੇ, ਇਹਨੇ ਨਹੀਂ ਮੰਨੀ ਗੱਲ। ਉਸ ਤੋਂ ਬਾਅਦ ਅਸੀਂ ਇਹਨੂੰ ਫਿਰ ਯਾਨੀ ਕਿ ਜਦੋਂ ਤੁਸੀਂ ਨਸ਼ਾ ਦਿੱਤਾ ਬੇਹੋਸ਼ ਹੋ ਗਿਆ? ਹਾਂਜੀ, ਬੇਹੋਸ਼, ਯਾਨੀ ਕਿ ਸੁੱਤਾ ਪਿਆ ਸੀ। ਸੁੱਤਾ ਪਿਆ, ਉਹਨੂੰ ਚੁੱਕ ਕੇ ਤੁਸੀਂ ਵਾਸ਼ਰੂਮ 'ਚ ਲੈ ਗਏ? ਵਾਸ਼ਰੂਮ 'ਚ ਲੈ। ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ? ਅਸੀਂ ਉਸ ਤੋਂ ਬਾਅਦ ਉਹਦੇ ਹੀ ਗਰਦਨ ਲਾਈ। ਕਾਂਦੇ ਨਾਲ? ਕਟਰ ਦੇ ਨਾਲ। ਜ਼ਿੰਦਾ ਇਨਸਾਨ ਦੀ ਤੁਸੀਂ ਕਟਰ ਨਾਲ ਗਰਦਨ ਲੱਗ ਕਰ ਦਿੱਤੀ? ਲੱਗ ਕਰਤੀ, ਹਾਂਜੀ। ਉਸ ਤੋਂ ਬਾਅਦ ਫਿਰ? ਉਸ ਤੋਂ ਬਾਅਦ ਦੋਨੇ ਬਾਜ਼ੂ ਤੇ ਦੋਨੇ ਪੈਰ ਯਾਨੀ ਕਿ ਲਦਾ ਕੀਤੇ ਕਰਤੇ। ਉਸ ਤੋਂ ਬਾਅਦ ਫਿਰ ਉਹਨੇ ਯਾਨੀ ਕਿ ਤੋੜੇ 'ਚ ਪਾ ਕੇ ਤੇ ਮੈਨੂੰ ਕਹਿੰਦੀ ਇਹਨੂੰ ਕਿਤੇ ਸਿੱਟਿਆ। ਨਹੀਂ, ਜਦੋਂ ਤੂੰ ਆਪਦੇ ਦੋਸਤ ਅੱਗੇ, ਆਪਦੇ ਦੋਸਤ ਦੀ ਯਾਨੀ ਕਿ ਬੋਡੀ ਦੇ ਉੱਤੇ ਡਰਿਲ ਮਸ਼ੀਨ ਚਲਾ ਰਿਹਾ ਸੀ, ਤੇਰੇ ਜਿਸਮ 'ਚ, ਤੇਰੀ ਯਾਨੀ ਕਿ ਦਿਲ 'ਚ ਪੂਰਾ ਤਰਸ ਨਹੀਂ ਆਇਆ ਕਿ ਮੈਂ ਆਇਆ? ਮੈਨੂੰ ਬੁਖਾਰ ਚੜ ਗਿਆ ਉਸੇ ਟਾਈਮ, ਜਦੋਂ ਤੂੰ ਆਪਦੇ ਦੋਸਤ ਦੇ ਤੂੰ ਟੁਕੜੇ ਕੀਤੇ, ਬੁਖਾਰ ਹੋ ਗਿਆ? ਪਹਿਲੇ ਹੀ ਬੁਖਾਰ ਹੋ ਗਿਆ, ਜਦੋਂ ਇੱਥੇ ਗਰਦਨ ਤੇ ਰੱਖੇ ਨਾ ਉਦੋਂ ਹੀ ਬੁਖਾਰ ਹੋ ਗਿਆ? ਹਾਂਜੀ, ਉਦੋਂ ਮੇਰੇ ਹੱਥ, ਫਿਰ ਉਹਨੇ ਹੱਥ ਫੜ ਕੇ ਨਾ ਤਾਂ ਦਬਾਤਾ ਥੱਲੇ ਨੂੰ ਯਾਨੀ ਕਿ ਜ਼ਿਆਦਾ। ਤੇ ਉਹ ਡਰਿਲ ਮਸ਼ੀਨ ਵਗੈਰਾ ਕਿੱਥੋਂ ਲਈ ਸੀ? ਉਹ ਉੱਥੇ ਹੀ ਪਈ ਸੀ ਘਰ ਹੀ, ਉਹਨਾਂ ਦੇ ਘਰ ਹੀ ਸੀ। ਉਹ ਵੀ ਕੰਮ ਕਰਦਾ ਸੀ ਤੇ ਮੈਂ ਵੀ ਉਸ ਚੀਜ਼ ਤੁਸੀਂ ਕਾਹਦਾ ਕੰਮ ਕਰਦੇ? ਮੈਂ ਬਿਜਲੀ ਦਾ ਕੰਮ ਕਰਦਾ। ਬਿਜਲੀ ਦਾ ਕੰਮ ਕਰਦੇ ਹੋ। ਤੇ ਉਸ ਤੋਂ ਬਾਅਦ ਤੁਸੀਂ ਯਾਨੀ ਕਿ ਉਹਨੂੰ ਕਤਲ ਕਰ ਦਿੱਤਾ, ਡਰਿਲ ਮਸ਼ੀਨ ਨਾਲ ਟੁਕੜੇ ਕਰ ਦਿੱਤੇ, ਬੋਰੀ 'ਚ ਪਾ ਲਿਆ, ਨਹਿਰ 'ਚ ਸੁੱਟ ਦਿੱਤਾ। ਤੇ ਫਿਰ ਕਿਵੇਂ ਪੁਲਿਸ ਨੂੰ ਕਿਵੇਂ ਪਤਾ ਚੱਲਿਆ? ਪੁਲਿਸ ਨੂੰ ਇਦਾਂ ਪਤਾ ਲੱਗਿਆ, ਮੈਂ ਨਾ 12:01 ਦਾ ਟਾਈਮ ਸੀ, ਮੈਂ ਸਬਜ਼ੀ ਵਾਸਤੇ ਇਹਨੂੰ ਪੁੱਛਣ ਗਿਆ ਸੀ ਘਰ, ਉੱਤੋਂ ਪੁਲਿਸ ਵਾਲੇ ਬੈਠੇ ਹੋਏ ਸੀ। ਉਹਨਾਂ ਦੇ ਘਰ ਹੀ ਬੈਠੇ ਹੋਏ? ਘਰ ਹੀ ਬੈਠੇ ਸੀ। ਰਾਤ ਦੇ 12-1 ਵਜੇ? ਨਹੀਂ, ਦਿਨੇ 12 ਵਜੇ। ਦਿਨੇ 12 ਵਜੇ। ਤੇ ਫਿਰ ਪੁਲਿਸ ਵਾਲਿਆਂ ਕੀ ਕਿਹਾ? ਪੁਲਿਸ ਵਾਲਿਆਂ ਨੇ ਕਿਹਾ ਅਸਲਮ ਤੇਰਾ ਨਾਮ? ਮੈਂ ਕਿਹਾ ਹਾਂਜੀ ਮੇਰਾ ਨਾਮ। ਉਹਨੇ ਕਿਹਾ ਤੇਰੇ ਤਾਂ ਖਿਲਾਫ ਆਈ ਰਜ਼ਾਕ ਦੇ। ਮੈਂ ਕਿਹਾ ਚੱਲੋ ਜੀ। ਫਿਰ ਮੈਂ ਇੱਥੇ ਆ ਗਿਆ। ਇੱਥੇ ਆਣ ਕੇ ਉਹਨਾਂ ਪੁੱਛਿਆ ਤੇ ਫਿਰ ਦੱਸਿਆ ਪਹਿਲੇ? ਮੈਂ ਕਿਹਾ ਨਹੀਂ, ਮੈਂ ਨਹੀਂ ਕੁਛ ਕੀਤਾ। ਤੇ ਮੈਂ ਇਸ ਤੋਂ ਨਹੀਂ ਦੱਸਿਆ, ਸੱਚ ਦੱਸਣ ਨੂੰ ਮੈਂ ਪਹਿਲੇ ਵੀ ਦੱਸ ਸਕਦਾ। ਮੈਂ ਕਿਹਾ ਇਹ ਕਹੇਗੀ ਤੇ ਜਾਨੀ ਕਿ ਇਹਨੂੰ ਵੀ ਪਤਾ, ਜੇ ਮੈਂ ਕਿਹਾ ਤਾਂ ਉਹਨੇ ਕਹਿੰਦਾ ਮੇਰਾ ਬੰਦਾ ਦੇ ਨਾਲ ਕੰਮ ਕਰਨ ਗਿਆ ਸੀ, ਤੇ ਉਲਟਾ ਗੱਲਾਂ ਮੈਂ ਹੀ ਪੁੱਛਣਾ ਸੀ, ਉਹਨੇ ਨਹੀਂ ਪੁੱਛਣਾ ਸੀ। ਉਹ ਫਿਰ ਮੰਨੀ, ਤੇ ਮੈਂ ਕਿਹਾ ਜੋ ਸੀ ਸਜ਼ਾ ਉਹ ਸਰ ਜੀ ਮੇਰੀ ਸਜ਼ਾ। ਇਸ ਤਰ੍ਹਾਂ ਕਰਕੇ ਮੈਂ ਮੰਨ ਗਿਆ। ਅੱਛਾ, ਹੁਣ ਤੂੰ ਕੀ ਚਾਹਨਾ, ਤੈਨੂੰ ਕੀ ਸਜ਼ਾ ਮਿਲਣੀ ਚਾਹੀਦੀ? ਮੈਨੂੰ ਸਜ਼ਾ ਇਹ ਮਿਲਣੀ ਚਾਹੀਦੀ ਜੋ ਅੱਲਾਹ ਪਾਕ ਦੀ ਮਨਜ਼ੂਰੀ ਹੋਵੇ। ਨਹੀਂ, ਅੱਲਾਹ ਪਾਕ ਤਾਂ ਨਹੀਂ ਨਾ ਕਹਿੰਦਾ ਕਿ ਦੋਸਤ ਦੇ ਟੁਕੜੇ ਕਰ ਦਿਓ। ਅੱਲਾਹ ਪਾਕ ਤਾਂ ਨਹੀਂ ਕਹਿੰਦਾ ਕਿਸੇ ਦੀ ਬੀਵੀ ਦੇ ਨਾਲ ਨਜਾਇਜ਼ ਤਾਲੁਕਾਤ ਬਣਾ ਲਓ। ਦੇਖੋ ਜੀ, ਅੱਲਾਹ ਪਾਕ ਤਾਂ ਕੁਝ ਵੀ ਨਹੀਂ ਚਾਹੁੰਦਾ। ਅਗਰ ਮੈਂ ਤੁਹਾਨੂੰ ਹੁਣ ਵੀ ਇਹ ਕਹਿ ਰਿਹਾ, ਉਹਨੂੰ ਮੈਂ ਤਾਲੁਕਾਤ ਤੋਂ ਪਹਿਲੇ ਵੀ ਉਹਨੂੰ ਬੜਾ ਸਮਝਾਉਂਦਾ। ਇੱਕ ਇਨਸਾਨ ਨਾ ਸਮਝੇ, ਇੱਕ ਬਲੈਕਮੇਲ करे इंसान, फिर की कर सकता उत्थे बंदा। फिर जी नाज़रीन, ये वो नौजवान है जिसने अपने ही दोस्त को कत्ल कर दिया। कत्ल की वजह क्या बनी कि दोस्त की बीवी के साथ अपना चक्कर चला रहा था। 3 से 4 साल अपनी दोस्त की बीवी के साथ चक्कर चलाया। उसके बाद क्या किया कि अपने ही दोस्त को यानी कि
ड्रिल मशीन के साथ टुकड़े टुकड़े कर दिए। टुकड़े टुकड़े करने के बाद उसको यानी कि नहर में फेंक दिया। इसको इंसान बोलते हुए मुझे शर्मिंदगी महसूस होती है कि क्या ये इंसानियत है। इंसानियत इस चीज़ का दर्स देती है कि अपने यानी कि जो दोस्त होते हैं वो भाई के बराबर होते हैं, उनको यानी कि इस तरह बेरहमी के साथ कत्ल कर दिया जाए। बाकी देखते हैं कि अदालत इसको क्या सज़ा देती है। तो इसी के साथ अपने मेज़बान सरदार जवेद आशू डोगर को दीजिए इजाज़त। अल्लाह निगहबान।